ਮਾਨ ਸਾਹਿਬ ਕਿਵੇਂ ਵੇਖਦੇ ਹੋ ਜੀ? ਕੱਲ ਬਹੁਤ ਵੱਡੀ ਕਾਰਵਾਈ ਹੋਈ, ਦਾਅਵਾ ਕੀਤਾ ਜਾ ਰਿਹਾ ਵੀ ਸਿੱਖੀ ਦੀ ਗੱਲ ਕਰਨ ਵਾਲੇ ਮਾਨ ਸਾਹਿਬ ਜਿਹੜੇ ਹਮੇਸ਼ਾ ਕਹਿੰਦੇ ਆ ਵੀ ਸਿੱਖਾਂ ਦਾ ਇਹ ਨਹੀਂ ਹੋਇਆ, ਸਿੱਖਾਂ ਦੇ ਮਸਲਿਆਂ ਦੀ ਉਹ ਅੱਗੇ ਲਿਆਉਂਦੇ ਨੇ ਵੀ ਉਹ ਤਾਂ ਜ਼ਮੀਨਾਂ ਦੱਬੀ ਬੈਠੇ ਨੇ। ਸਤਾਰ ਇਮਾਨ ਸਿੰਘ ਕੋਲੇ ਇਸ ਹਲਕੇ ਦੇ ਵਿੱਚ 1.25 ਏਕੜ ਜ਼ਮੀਨ ਹੈ, 1.25, ਜਿਹਨੂੰ ਇਹਨਾਂ ਨੇ ਝੂਠ ਦਾ ਪਲੰਦਾ ਬਣਾ ਕੇ 125 ਏਕੜ ਦੱਸਿਆ। ਕਾਗਜ਼ਾਂ 'ਚ ਮਾਲਕ ਆ ਅਸੀਂ ਜ਼ਮੀਨ ਦੇ ਮਾਲਕੋ, ਪਰ ਲੋਕ ਲਗਾਤਾਰ ਹੁਣ ਇਹ ਕਹਿ ਰਹੇ, ਤੁਸੀਂ ਕਹਿੰਦੇ ਅਸੀਂ ਡੈਫਾਮੇਸ਼ਨ ਕਰਾਂਗੇ, ਪਰ ਕਹਿਣ ਵਾਲੇ ਤਾਂ ਇਹ ਵੀ ਕਹਿ ਰਹੇ ਨੇ ਕਹਿੰਦੇ ਡੈਫਾਮੇਸ਼ਨ ਕਿਹੜੇ ਕਾਨੂੰਨ ਦੇ ਤਹਿਤ ਕਰਨਾ ਭਾਈ, ਕਿਹੜੇ ਸੰਵਿਧਾਨ ਦੇ ਤਹਿਤ? ਉਸੇ ਸੰਵਿਧਾਨ ਦੇ ਤਹਿਤ ਕਰਨਾ, ਕਹਿੰਦੇ ਜਿਹਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰੀ ਲਗਾਤਾਰ ਕਹਿੰਦੇ ਵੀ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ। ਕਿਹੜਾ ਇੱਕ ਗੱਲ ਕਹੀ ਵੀ 125 ਏਕੜ ਨਹੀਂ ਆ ਭਾਈ, 1.25 ਏਕੜ ਹੈ, ਉਹਨੂੰ 125 ਕਰਕੇ ਦਿਖਾਇਆ ਗਿਆ। ਉਹ ਕਹਿੰਦੇ ਆ ਵੀ 125 ਏਕੜ ਦੇ ਉੱਤੇ ਨਜਾਇਜ਼ ਕਬਜ਼ਾ ਸੀ, ਤੁਸੀਂ ਇਹ ਕਹਿੰਦੇ ਹੋ ਵੀ 125 ਤੇ ਨਹੀਂ ਸੀ ਭਾਈ, 1.25 ਏਕੜ ਤੇ ਸੀ। ਤੁਸੀਂ ਇੱਕ ਗੱਲ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਇਹ ਪਿੰਡ ਦੀ ਜਿਹੜੀ ਆਬਾਦੀ ਹੈ ਉਹ 60 ਏਕੜਾਂ 'ਚ ਹੈ, ਤੇ ਜਿਸ ਪਿੰਡ ਦੀ, ਜਿਸ ਪੰਚਾਇਤ ਦੀ 60 ਏਕੜ ਦੀ ਆਬਾਦੀ ਹੋਵੇ, ਉਹ ਪੰਚਾਇਤ ਲੈਂਡ 250 ਏਕੜ ਹੁੰਦੀ ਹੈ। ਅੱਜ ਪ੍ਰੈਸ ਕਾਨਫਰੰਸਾਂ ਕਰ ਰਹੇ ਹੋ, ਜਦੋਂ ਕੱਲ੍ਹ ਛੁਡਵਾਉਣ ਆਏ ਸੀ ਉਦੋਂ ਵਿਰੋਧ ਕਿਉਂ ਨਹੀਂ ਜੀ? ਕਿਹਨੂੰ ਪਤਾ ਸੀ ਵੀ ਆਇਆ ਕੋਈ ਇੱਥੇ? ਕੋਈ ਨੋਟਿਸ ਨਹੀਂ? ਤੁਹਾਨੂੰ ਹੀ ਇਕੱਲਿਆਂ ਨੂੰ ਸੱਦਿਆ, ਉਹਨੇ ਸਾਨੂੰ ਨਹੀਂ ਸੱਦਿਆ। ਲੋਕ ਤੁਹਾਡਾ ਸਾਥ ਨਹੀਂ ਲੈ ਰਹੇ। ਇਹ ਲੋਕ ਜੀ ਹੁਣੇ ਵੱਡੀਆਂ ਪਾਰਟੀਆਂ ਕੋਲੇ ਜਾਣਾ ਚਾਹੁੰਦੇ ਆ। ਅੱਜ ਤਿਵਾੜੀ ਸਾਹਿਬ ਆ ਰਹੇ ਨੇ, ਉਹਨਾਂ ਕੋਲ ਜਾਣਾ ਚਾਹੁੰਦੇ ਨੇ। ਇਹ ਸੋਚਦੇ ਨੇ ਵੀ ਉਹਨਾਂ ਕੋਲੇ ਸਵਾਦਾਨ ਆਊਗਾ, ਪਰ ਮੈਂ ਤੁਹਾਡੇ ਥਰੂ ਅੱਜ ਕਹਿਣਾ ਚਾਹੁੰਦਾ, ਇਹਨਾਂ ਕਿਸੇ ਜਿਹੜੀਆਂ ਨੈਸ਼ਨਲਿਸਟਿਕ ਪਾਰਟੀਆਂ ਨੇ ਹਿੰਦੁਸਤਾਨ ਦੀਆਂ, ਪੰਜਾਬ ਔਰ ਪੰਜਾਬੀਆਂ ਦੀ ਆਵਾਜ਼ ਨਹੀਂ ਚੁੱਕਣੀ। ਪੰਜਾਬ ਔਰ ਪੰਜਾਬੀਆਂ ਲਈ ਜੇ ਲੜੇਗਾ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਲੜੇਗਾ। 60 ਕਿੱਲਿਆਂ 'ਚ ਪਿੰਡ ਹੈ, 60 ਕਿੱਲੇ ਪਿੰਡ ਦੀ ਜ਼ਮੀਨ ਹੈ ਤੇ 250 ਏਕੜ ਜ਼ਮੀਨ ਹੈ ਉੱਥੇ। ਫਿਰ ਪਿੰਡ ਵਾਲਿਆਂ ਦੀ ਕਿੱਥੇ ਹੈ? ਪਿੰਡ 'ਚ ਕੋਈ ਜ਼ਿਮੀਂਦਾਰ ਨਹੀਂ ਹੈਗਾ, ਪਿੰਡ ਵਾਲਿਆਂ ਦੀ ਜ਼ਮੀਨ ਕਿੱਥੇ ਹੈ? ਇਹ ਸਾਰ ਸਿਮਰਨਜੀਤ ਸਿੰਘ ਮਾਨ ਨੂੰ ਇੱਕ ਸਾਈਡ ਤੇ ਦਬਕੇ ਮਾਰਨਾ ਚਾਹੁੰਦੇ ਆ। ਕਦੀ ਭਗਤ ਸਿੰਘ ਦਾ ਮੁੱਦਾ, ਕਦੀ ਅਰੂਰ ਸਿੰਘ ਦਾ ਮੁੱਦਾ। ਉਹੀ ਭਗਤ ਸਿੰਘ ਦੇ ਨਾਂ ਤੇ ਹੁਣ ਪੋਸਟਾਂ ਪੈ ਰਹੀਆਂ, ਕਹਿੰਦੇ ਭਗਤ ਸਿੰਘ ਬੇਸ਼ੱਕ ਅੱਤਵਾਦੀ, ਪਰ ਜੇ ਤੁਹਾਡੇ ਮੁਤਾਬਕ ਅੱਤਵਾਦੀ ਸੀ, ਕਹਿੰਦੇ ਉਹਨਾਂ ਜ਼ਮੀਨਾਂ ਨਹੀਂ ਸੀ ਦੱਬੀਆਂ ਜੀ ਕਿਸੇ ਦੀਆਂ। ਉਹ ਤਾਂ ਡਰਾਮਾ ਕਰਿਆ ਇਹਨਾਂ ਨੇ ਕਿ ਇੱਕ ਵਾਰ ਬਦਨਾਮ ਕਰ ਦੋ, ਬਾਅਦ 'ਚ ਮਾਫੀ ਮੰਗ ਲਾਂਗੇ। ਜਿਵੇਂ ਕੇਜਰੀਵਾਲ ਨੇ ਕਈ ਵਾਰ ਮਾਫੀ ਮੰਗ ਲਈ, ਅਜੇ ਤੱਕ ਉਹਨੇ ਕਿਹਾ ਹੋਣਾ ਕੋਈ ਗੱਲ ਨਹੀਂ, ਇੱਕ ਵਾਰ ਮਾਨ ਨੂੰ ਬਦਨਾਮ ਕਰ ਲਓ, ਫਿਰ ਆਪਾਂ ਮਾਫੀ ਮੰਗ ਲਾਂਗੇ। ਜੇ ਬਦਨਾਮ ਵਾਲੀ ਵੀ ਗੱਲ ਆਪਾਂ ਦੇਖੀਏ ਤਾਂ ਇਹ ਬਦਨਾਮ ਚੋਣਾਂ ਦੇ ਪਹਿਲਾਂ ਕਰਦੇ ਤਾਂ ਕਿ ਲੋਕ ਵੋਟ ਨਾ ਕਰ ਸਕਣ ਜੀ। ਜ਼ਿਮੀਂਦਾਰ ਨੂੰ ਕਿੰਨੇ ਮਾਲਕ ਬਣਾਇਆ ਜ਼ਮੀਨਾਂ ਦਾ? ਬਾਬਾ ਬੰਦਾ ਬਹਾਦਰ ਨੇ ਸਟੇਟ ਤੋਂ ਖੋ ਕੇ। ਅੱਜ ਇਹ ਕੀ ਕਰ ਰਹੇ ਆ? ਇਹ ਉਲਟਾ ਕਰ ਰਹੇ ਆ, ਲੋਕਾਂ ਤੋਂ ਲੈ ਕੇ ਸਟੇਟ ਨੂੰ ਮਾਲਕ ਬਣਾ ਰਹੇ। ਜੋ ਦਾਅਵਾ ਪੇਸ਼ ਕਰ ਰਹੇ, ਤੁਸੀਂ ਕਹਿੰਦੇ ਡੈਫਾਮੇਸ਼ਨ ਕਰਾਂਗੇ, ਅਗਰ ਉਹ ਫਿਰ ਡੈਫਾਮੇਸ਼ਨ ਤੋਂ ਬਾਅਦ ਵੀ ਪ੍ਰੂਫ ਕਰ ਦਿੰਦੇ ਆ ਵੀ ਇਹ ਨਜਾਇਜ਼ ਸੀਗੀ ਜੀ, ਫਿਰ ਕਿਉਂਕਿ ਉਹਨਾਂ ਦੇ ਨਾਲ ਇਹ ਤੁਸੀਂ ਕਿਵੇਂ ਪ੍ਰੂਫ ਕਰ ਦੇਣਗੇ? ਕਿਵੇਂ ਪ੍ਰੂਫ ਕਰ ਦੇਣਗੇ? ਜਦੋਂ ਗੱਲ ਕਰਾਂਗੇ ਅਗਲੀ ਵਾਰ, ਤੁਹਾਨੂੰ ਸਾਰੀਆਂ ਰਜਿਸਟਰੀਆਂ ਦੀਆਂ ਫੋਟੋ ਕਾਪੀਆਂ ਦੇਵਾਂਗੇ, ਨਾਲ ਤਹਿਸੀਲਦਾਰਾਂ ਦੀਆਂ ਫੋਟੋ। ਭਗਵੰਤ ਮਾਨ ਸਰਕਾਰ ਦੇ ਵੱਲੋਂ ਕੱਲ ਬਹੁਤ ਵੱਡੀ ਕਾਰਵਾਈ ਕੀਤੀ ਗਈ। ਦਾਅਵਾ ਕੀਤਾ ਗਿਆ ਕਿ ਨਜਾਇਜ਼ ਕਬਜ਼ੇ ਛੁਡਾਏ ਗਏ ਆ। 228 ਏਕੜ ਜ਼ਮੀਨ ਜਿਨ੍ਹਾਂ ਦੇ ਉੱਤੇ ਨਜਾਇਜ਼ ਕਬਜ਼ੇ ਸੀਗੇ ਉਹ ਛੁਡਵਾਈ ਗਈ ਹੈ। ਔਰ ਖ਼ਾਸ ਤੌਰ ਤੇ ਜਦੋਂ ਇਸ ਜ਼ਮੀਨ ਦੀ ਗੱਲ ਹੋਈ ਤਾਂ ਇੱਕ ਨਾਮ ਬਹੁਤ ਹੀ ਜ਼ੋਰ ਪਾ ਕੇ ਲਿਆ ਗਿਆ, ਉਹ ਸੀ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਤੇ ਉਹਨਾਂ ਦੇ ਪਰਿਵਾਰ ਦਾ। ਕਿਹਾ ਗਿਆ ਵੀ ਇਮਾਨ ਸਿੰਘ ਮਾਨ ਹੋਰੀ ਦੇ ਨਾਂ ਦੇ ਉੱਤੇ 125 ਏਕੜ ਜ਼ਮੀਨ ਹੈ ਜਿਹੜੀ ਨਜਾਇਜ਼ ਦੱਬੀ ਹੋਈ ਹੈ। ਔਰ ਨਾਲੇ ਵੀ ਕਿਹਾ ਗਿਆ ਵੀ ਮਾਨ ਸਾਹਿਬ ਉਹੀ ਮਾਨ ਸਾਹਿਬ ਜਿਹੜੇ ਸਿੱਖੀਜ਼ਮ ਦੀ ਗੱਲ ਕਰਦੇ ਆ। ਫਿਰ ਲੋਕਾਂ ਨੇ ਸਵਾਲ ਵੀ ਚੁੱਕਿਆ ਵੀ ਇੱਕ ਪਾਸੇ ਯਾਰ ਤੁਸੀਂ ਸਿੱਖੀ ਦੀ ਗੱਲ ਕਰਦੇ ਹੋ ਤੇ ਦੂਜੇ ਪਾਸੇ ਤੁਸੀਂ ਨਜਾਇਜ਼ ਜ਼ਮੀਨਾਂ ਦੱਬੀ ਬੈਠੇ ਹੋ। ਤੇ ਉਸੇ ਨੂੰ ਲੈ ਕੇ ਮਾਨ ਸਮਰਥਕਾਂ ਦੇ ਵੱਲੋਂ ਕਹਿ ਲਈਏ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਮੁੱਚੀ ਟੀਮ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਔਰ ਇਸ ਦੇ ਲਈ ਆਏ ਨੇ, ਸਪਸ਼ਟੀਕਰਨ ਦੇਣ ਦੇ ਲਈ ਆਏ ਨੇ ਵੀ ਅਸਲ ਦੇ ਵਿੱਚ ਮਾਮਲਾ ਕੀ ਹੈ, ਕਿਉਂ। ਸਾਡੇ ਨਾਲ ਕੁਸ਼ਲਪਾਲ ਸਿੰਘ ਮਾਨ ਸਾਹਿਬ ਨੇ, ਰਣਜੀਤ ਸਿੰਘ ਜੀ ਨੇ ਗੱਲਬਾਤ ਕਰਦੇ ਹਾਂ। ਮਾਨ ਸਾਹਿਬ ਕਿਵੇਂ ਵੇਖਦੇ ਹੋ ਜੀ? ਕੱਲ ਬਹੁਤ ਵੱਡੀ ਕਾਰਵਾਈ ਹੋਈ, ਦਾਅਵਾ ਕੀਤਾ ਜਾ ਰਿਹਾ ਵੀ ਸਿੱਖੀ ਦੀ ਗੱਲ ਕਰਨ ਵਾਲੇ ਮਾਨ ਸਾਹਿਬ ਜਿਹੜੇ ਹਮੇਸ਼ਾ ਕਹਿੰਦੇ ਆ ਵੀ ਸਿੱਖਾਂ ਦਾ ਇਹ ਨਹੀਂ ਹੋਇਆ, ਸਿੱਖਾਂ ਦੇ ਮਸਲਿਆਂ ਦੀ ਉਹ ਅੱਗੇ ਲਿਆਉਂਦੇ ਨੇ ਵੀ ਉਹ ਤਾਂ ਜ਼ਮੀਨਾਂ ਦੱਬੀ ਬੈਠੇ ਨੇ। ਦੇਖੋ ਜੀ, ਕਾਰਵਾਈ ਤਾਂ ਤੁਸੀਂ ਕਹਿੰਦੇ ਹੋ ਕਾਰਵਾਈ ਹੋਈ, ਕਾਰਵਾਈ ਕੀ ਹੋਇਆ? ਡਰਾਮਾ ਹੋਇਆ। ਜਿਹੜੀ ਸਤਾਰ ਇਮਾਨ ਸਿੰਘ ਬਾਰੇ ਇਹਨਾਂ ਨੇ ਗੱਲ ਕੀਤੀ ਹੈ, ਸਤਾਰ ਇਮਾਨ ਸਿੰਘ ਕੋਲੇ ਇਸ ਹਲਕੇ ਦੇ ਵਿੱਚ 1.25 ਏਕੜ ਜ਼ਮੀਨ ਹੈ, 1.25, ਜਿਹਨੂੰ ਇਹਨਾਂ ਨੇ ਝੂਠ ਦਾ ਪਲੰਦਾ ਬਣਾ ਕੇ 125 ਏਕੜ ਦੱਸਿਆ। ਮੈਂ ਅੱਜ ਤੁਹਾਡੇ ਚੈਨਲ ਤੇ ਕਹਿਣਾ ਵੀ ਦੱਸੋ ਸਾਨੂੰ ਕਿਹੜੇ ਨੇ 125 ਏਕੜ ਦੇ ਨੰਬਰ ਦਿਓ, ਅਸੀਂ ਆਪਦੇ ਪੋਜੈਸ਼ਨ ਲਈ ਸੂਟ ਫਾਈਲ ਕਰਦੇ ਹਾਂ। ਬਾਕੀ ਜਿਹੜਾ ਇਹਨਾਂ ਨੇ ਝੂਠ ਤੂਫਾਨ ਕੁਫਰ ਤੋਲਿਆ ਹੈ,
ਉਹਦੇ ਲਈ ਅਸੀਂ ਇਹਨਾਂ ਤੇ ਡਿਫਰਮੇਸ਼ਨ ਕਰਨ ਲੱਗੇ ਹਾਂ, ਚੀਫ ਮਿਨਿਸਟਰ ਵਿੱਚ ਅਸੀਂ ਕੰਟੈਂਪਟ ਆਫ ਕੋਰਟ ਕਰਨ ਲੱਗੇ ਹਾਂ ਔਰ ਅਸੀਂ ਜੋ ਵੀ ਹੋਰ ਲੋੜੀਂਦੀ ਕਾਰਵਾਈਆਂ ਨੇ ਉਹ ਕਰਾਂਗੇ ਔਰ ਇਹਨਾਂ ਦੇ ਝੂਠ ਨੂੰ ਐਕਸਪੋਜ਼ ਕਰਾਂਗੇ। ਇਹਨਾਂ ਨੇ ਸਾਨੂੰ ਬਦਨਾਮ ਕੀਤਾ ਔਰ ਅਸੀਂ ਇਹ ਹੁਣ ਜਿਹੜਾ ਇਹਨਾਂ ਨੇ ਲਾਅ ਦੀ ਇਹ ਖਿੱਲੀ ਉਡਾ ਰਹੀ ਹੈ ਸਰਕਾਰ, ਉਹ ਔਰ ਇਹ ਇਕੱਲਾ ਸਿਮਰਨਜੀਤ ਸਿੰਘ ਮਾਨ ਦਾ ਮਸਲਾ ਨਹੀਂ ਹੈਗਾ, ਇਹ ਪੰਜਾਬ ਦੇ ਲੋਕਾਂ ਨਾਲ ਧਰੋ ਕਮਾਇਆ ਜਾ ਰਿਹਾ ਹੈ। ਤੁਸੀਂ ਇਹ ਵੇਖੋ ਵੀ ਜਿਹੜੀ ਕਾਮਨ ਲੈਂਡ ਹੈ, ਜਿਹੜੀ ਤੁਸੀਂ ਮੈਂ 1944 1940 ਇਹ ਸਾਰੀਆਂ ਜ਼ਮੀਨਾਂ ਵਿਲੇਜ ਕਾਮਨ ਲੈਂਡ ਨੇ, ਕਾਮਨ ਲੈਂਡ ਦੇ ਮਾਲਕ ਹੁੰਦੇ ਨੇ ਉਸ ਪਿੰਡ ਦੇ ਲੋਕ। ਉਹ ਇਹਨਾਂ ਨੇ ਪੰਚਾਇਤੀ ਰਾਜ ਐਕਟ ਆਉਂਦਾ 1951 'ਚ, ਉਦੋਂ ਬਾਅਦ ਇਹਨਾਂ ਨੇ ਤੁਸੀਂ ਚੈੱਕ ਕਰ ਲਓ ਗਰਦੌਰੀਆਂ, ਪੰਚਾਇਤ ਦੇ ਨਾਂ ਤੇ ਜ਼ਮੀਨ ਹੈ ਕਿ ਨਹੀਂ ਹੈ? ਪੰਚਾਇਤ ਦੇ ਨਾਂ ਤੇ ਜ਼ਮੀਨ ਹੀ ਹੈ ਨਹੀਂ। ਜੇ ਪੰਚਾਇਤ ਦੇ ਨਾਂ ਤੇ ਜ਼ਮੀਨ ਹੋਵੇ ਵੀ, ਸਟੇਟ ਆਫ ਪੰਜਾਬ ਤਾਂ ਮਾਲਕ ਹੈ ਨਹੀਂ, ਸਟੇਟ ਆਫ ਪੰਜਾਬ ਤਾਂ ਸਰਪਰ ਹੈ, ਇਹ ਤਾਂ ਕਬਜ਼ ਹੋਣਾ ਚਾਹੁੰਦੀ ਹੈ। ਨਾਲੇ ਕਹਿੰਦੇ ਜੀ ਕਬਜ਼ਾ ਲਿਆ, ਕਾਹਦਾ ਕਬਜ਼ਾ ਲਿਆ? ਉੱਥੇ ਪੰਚਾਇਤ ਦੇ ਨਾਂ ਤੇ ਇੰਤਕਾਲ ਚੜਿਆ ਹੋਇਆ ਜੀ। ਜੇ ਪੰਚਾਇਤ ਦੇ ਨਾਂ ਤੇ ਇੰਤਕਾਲ ਚੜਿਆ ਹੋਇਆ ਹੈ ਤੇ ਫਿਰ ਇਹਨਾਂ ਲੋਕਾਂ ਦੇ ਨਾਂ ਤੇ ਕਿਵੇਂ ਜ਼ਮੀਨਾਂ ਬੋਲਦੀਆਂ ਨੇ? ਲਿਆਓ ਕਾਗਜ਼, ਰਜਿਸਟਰੀਆਂ ਹੋਈਆਂ ਨੇ, ਲੋਕਾਂ ਦੇ ਗਰੀਬ ਆਦਮੀਆਂ ਦਾ ਪੈਸਾ ਹੈ, ਪਿੰਡ ਦੇ ਲੋਕ, ਕੋਈ 2 ਏਕੜ ਦਾ ਮਾਲਕ ਹੈ, ਕੋਈ 1.5 ਏਕੜ ਦਾ ਮਾਲਕ ਹੈ, ਲਿਆਓ ਕਾਗਜ਼। ਕਦੀ ਤੁਹਾਨੂੰ ਕਿਸੇ ਪ੍ਰੈਸ ਕਾਨਫਰੰਸ ਕਾਗਜ਼ ਦਿੱਤਾ ਹੈ? ਲਿਸਟਾਂ ਬਣਾ ਕੇ ਟਾਈਪ ਕਰਕੇ। ਥਲੀ ਸਾਹਿਬ ਗੱਲ ਇਹ ਹੈ ਵੀ ਜਿਹੜਾ ਟ੍ਰਾਂਸਫਰ ਹੁੰਦੀ ਹੈ ਨਾ ਪ੍ਰਾਪਰਟੀ, ਉਹ ਟ੍ਰਾਂਸਫਰ ਆਫ ਪ੍ਰਾਪਰਟੀ ਐਕਟ 'ਚ ਹੁੰਦੀ ਹੈ, ਉਹ TPA ਦੇ ਰੂਲਸ ਹੇਠ ਹੁੰਦੀ ਹੈ। ਉਹ ਭਗਵੰਤ ਮਾਨ ਤੇ ਧਾਲੀਵਾਲ ਦੇ ਕਾਗਜ਼ਾਂ ਨਾਲ ਨਹੀਂ ਪ੍ਰਾਪਰਟੀ ਟ੍ਰਾਂਸਫਰ ਹੁੰਦੀ। ਐਂਡ ਪ੍ਰਾਪਰਟੀ ਦੀ ਟ੍ਰਾਂਸਫਰ ਅੱਜ ਵੀ ਤੁਸੀਂ ਬੈਠੋ, ਕੋਈ ਤੁਸੀਂ ਜਦਾਦ ਜੱਦੀ ਪ੍ਰੂਵ ਕਰਨੀ ਹੋਣੀ 125 ਸਾਲ ਮਗਰ ਜਾਣਾ ਪੈਂਦਾ, 4 ਪੁਸ਼ਤਾਂ। ਨੇਚਰ ਆਫ ਪ੍ਰਾਪਰਟੀ, ਨੇਚਰ ਆਫ ਲੈਂਡ ਜਿਹੜੀ ਇਹ ਹਿਸਟੋਰੀਕਲ ਹੁੰਦੀ ਹੈ। ਇਹ ਅੱਜ ਕੱਲ੍ਹ ਨੂੰ ਕੋਈ ਤੁਹਾਡੇ ਘਰੇ ਆ ਕੇ ਕਹੇਗਾ ਜੀ ਇਹ ਤਾਂ ਤੁਸੀਂ ਰਜਿਸਟਰੀ ਕਰਾ ਕੇ ਘਰ ਬਣਾਇਆ ਹੋਇਆ, ਅਸੀਂ ਰਜਿਸਟਰੀ ਨਹੀਂ ਮੰਨਦੇ। ਸਟੈਂਪ ਡਿਊਟੀ ਨਹੀਂ ਲਈ ਸਰਕਾਰ ਨੇ 70 ਸਾਲ ਤੋਂ, ਸਾਰੀਆਂ ਸਰਕਾਰਾਂ ਹੀ ਮਾੜੀਆਂ ਸੀ, ਇਹੀ ਚੰਗੇ ਨੇ। ਇਹ ਸਿਰਫ ਇੱਕ ਤਰੀਕਾ ਹੈ ਕਿਉਂਕਿ ਇਹਨਾਂ ਕੋਲੇ ਪੈਸੇ ਹੈ ਨਹੀਂ, ਇਹ ਲੋਕਾਂ ਦੀਆਂ ਜ਼ਮੀਨਾਂ ਖੋ ਕੇ ਉਹਨਾਂ ਨੂੰ ਵੇਚਣਾ ਚਾਹੁੰਦੇ ਨੇ। ਇਹਦੇ ਉੱਪਰ ਇਹ ਕੁਛ ਨਹੀਂ ਹੈਗਾ ਐਂਡ ਅਸੀਂ ਇਹ ਹੋਣ ਨਹੀਂ ਦੇਣਾ। ਤੁਸੀਂ ਇੱਕ ਗੱਲ ਕਹੀ ਵੀ 125 ਏਕੜ ਨਹੀਂ ਆ ਭਾਈ, 1.25 ਏਕੜ ਹੈ, ਉਹਨੂੰ 125 ਕਰਕੇ ਦਿਖਾਇਆ ਗਿਆ। ਉਹ ਕਹਿੰਦੇ ਆ ਵੀ 125 ਏਕੜ ਦੇ ਉੱਤੇ ਨਜਾਇਜ਼ ਕਬਜ਼ਾ ਸੀ, ਤੁਸੀਂ ਇਹ ਕਹਿੰਦੇ ਹੋ ਵੀ 125 ਤੇ ਨਹੀਂ ਸੀ ਭਾਈ, 1.25 ਏਕੜ ਤੇ ਸੀ। ਨਜਾਇਜ਼ ਨਹੀਂ, ਅਸੀਂ ਜਾਇਜ਼ ਮਾਲਕ ਹਾਂ। ਰਜਿਸਟਰੀ ਹੋਈ ਹੈ, ਸਾਹ ਜੋਗਿੰਦਰ ਸਿੰਘ ਮਾਨ ਨੇ ਖਰੀਦਿਆ ਅੱਜ ਤੋਂ 40 ਸਾਲ ਪਹਿਲਾਂ ਜ਼ਮੀਨ। ਅਸੀਂ ਮਾਲਕ ਹਾਂ, ਰੈਵਨਿਊ ਰਿਕਾਰਡ 'ਚ ਮਾਲਕ ਹਾਂ, ਸਟੈਂਪ ਡਿਊਟੀ ਦਿੱਤੀ ਵੀ ਹੈ ਔਰ ਉਦੋਂ ਬਾਅਦ ਸਾਹ ਜੋਗਿੰਦਰ ਸਿੰਘ ਮਾਨ ਤੋਂ ਬਾਅਦ ਮਿਊਟੇਸ਼ਨ ਹੋ ਕੇ ਜੱਦੀ ਟ੍ਰਾਂਸਫਰ ਹੋਈ ਹੈ। ਕਬਜ਼ਾ ਕਿੱਥੋਂ ਹੋ ਗਿਆ? ਕਾਗਜ਼ਾਂ 'ਚ ਮਾਲਕ ਹਾਂ ਅਸੀਂ ਜ਼ਮੀਨ ਦੇ। ਤੁਸੀਂ ਮਾਲਕ ਹੋ, ਪਰ ਲੋਕ ਲਗਾਤਾਰ ਹੁਣ ਇਹ ਕਹਿ ਰਹੇ, ਤੁਸੀਂ ਕਹਿੰਦੇ ਅਸੀਂ ਡੈਫਾਮੇਸ਼ਨ ਕਰਾਂਗੇ, ਪਰ ਕਹਿਣ ਵਾਲੇ ਤਾਂ ਇਹ ਵੀ ਕਹਿ ਰਹੇ ਨੇ ਕਹਿੰਦੇ ਡੈਫਾਮੇਸ਼ਨ ਕਿਹੜੇ ਕਾਨੂੰਨ ਦੇ ਤਹਿਤ ਕਰਨਾ ਭਾਈ, ਕਿਹੜੇ ਸੰਵਿਧਾਨ ਦੇ ਤਹਿਤ? ਉਸੇ ਸੰਵਿਧਾਨ ਦੇ ਤਹਿਤ ਕਰਨਾ, ਕਹਿੰਦੇ ਜਿਹਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰੀ ਲਗਾਤਾਰ ਕਹਿੰਦੇ ਵੀ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ। ਕਿਹੜਾ what absurd questions are these? ਅਸੀਂ ਕਨਸਟੀਟਿਊਸ਼ਨਲ ਲੋਕ ਹਾਂ, ਅਸੀਂ ਕਨਸਟੀਟਿਊਸ਼ਨ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਇਹਨਾਂ ਨੇ, ਤੁਸੀਂ ਅੱਜ ਸੰਵਿਧਾਨ ਦੀ ਗੱਲ ਕਰਦੇ ਹੋ, ਇੰਡੀਅਨ ਕਨਸਟੀਟਿਊਸ਼ਨ ਕੀ ਹੈ? ਗਵਰਨਮੈਂਟ ਆਫ ਇੰਡੀਆ ਐਕਟ 1935 ਜਿਹੜਾ ਬ੍ਰਿਟਿਸ਼ ਪਾਰਲੀਮੈਂਟ ਹੈ ਉਹਦੀ ਐਕਸਪੈਂਡਡ ਫਾਰਮ ਹੈ। ਗਵਰਨਮੈਂਟ ਆਫ ਇੰਡੀਆ ਐਕਟ 1935 ਦੀ ਐਕਸਪੈਂਡਡ ਫਾਰਮ ਹੈ, ਤਾਂ ਇਹਨਾਂ ਨੇ ਉੱਥੋਂ ਅੰਗਰੇਜ਼ ਦਾ ਚੱਕਿਆ ਹੋਇਆ। ਜਿਹੜੇ ਤੁਹਾਡੇ ਸਿਵਲ ਪ੍ਰੋਸੀਜਰ ਕੋਡ ਨੇ, ਕ੍ਰਿਮੀਨਲ ਪ੍ਰੋਸੀਜਰ ਕੋਡ ਨੇ, ਕਿੰਨੇ ਬਣਾਏ ਨੇ? ਸਭ ਬ੍ਰਿਟਿਸ਼ ਲਾਅ ਹੈ। ਸੋ ਜਿਹੜਾ ਬ੍ਰਿਟਿਸ਼ ਕਾਮਨ ਲਾਅ ਹੈ ਸਾਰੀ ਦੁਨੀਆ 'ਚ ਹੈ। ਸੰਵਿਧਾਨ ਨੂੰ ਨਹੀਂ ਮੰਨਦੇ, ਇਹਨਾਂ ਨੇ ਬਣਾਇਆ ਕੀ ਹੈ? ਗਵਰਨਮੈਂਟ ਆਫ ਇੰਡੀਆ ਐਕਟ 1935 ਦੀ ਐਕਸਪੈਂਡਡ ਫਾਰਮ ਹੈ ਇੰਡੀਅਨ ਕਨਸਟੀਟਿਊਸ਼ਨ। ਸੋ ਜਿੰਨੇ ਤੁਹਾਡੇ ਐਕਟ ਨੇ, ਕੋਈ 1909 ਦਾ ਹੈ, ਕੋਈ 1861 ਦਾ ਹੈ, ਕੋਈ ਕਦੋਂ ਦਾ ਹੈ, ਕੋਈ ਕਦੋਂ ਦਾ ਹੈ। ਸੋ ਇਹ ਚੀਜ਼ਾਂ ਇੱਕ ਕਾਨੂੰਨ ਦੇ ਦਾਇਰੇ 'ਚ ਲਾਅ ਐਂਡ ਕਨਸਟੀਟਿਊਸ਼ਨ ਦਾ ਬਹੁਤ ਫਰਕ ਹੈ। ਦੇयर इज अ डिस्टिंक्शन बिटवीन law and constitution. We are believers in law and ਜੋ ਗਵਰਨਮੈਂਟ ਕਰ ਰਹੀ ਹੈ that is bad in the eyes of law. ਤੇ ਮਾਨ ਸਾਹਿਬ ਇੱਕ ਲਗਾਤਾਰ ਤੁਸੀਂ ਗੱਲ ਕਹੀ ਹੈ ਵੀ ਅਸੀਂ ਹੁਣ ਲੋਕਾਂ ਕਰਕੇ ਜਿਹੜੇ ਆਏ ਆ ਵੀ ਇਹ ਲੋਕਾਂ ਦੀਆਂ ਜ਼ਮੀਨਾਂ ਖੋਲਣਗੇ, ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਅੱਜ ਦੀ ਪ੍ਰੈਸ ਕਾਨਫਰੰਸ ਕਰ ਰਹੇ। ਨਹੀਂ, ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਦੇਖੋ, ਜਿਹੜਾ ਲੋਕਾਂ ਨਾਲ ਹੈ ਉਹ ਅਸੀਂ ਵਿਚਰ ਰਹੇ ਹਾਂ, ਉਹ ਲੋਕਾਂ ਨੂੰ ਸਪੋਰਟ ਦੇ ਰਹੇ ਹਾਂ। ਪਰ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਸੀ ਉਹ ਸੀ ਜਿਹੜਾ ਇਹਨਾਂ ਨੇ ਕੁਫਰ ਤੋਲਿਆ ਕੱਲ, ਉਹਦਾ ਜਵਾਬ ਦੇਣ ਨੂੰ ਸੀ, ਤੁਹਾਨੂੰ ਸਾਰਿਆਂ ਨੂੰ ਔਰ ਇਲਾਕੇ ਨੂੰ ਔਰ ਹਲਕੇ ਨੂੰ ਔਰ ਪੰਜਾਬ ਨੂੰ ਦੱਸਣ ਲਈ ਸੀ ਭਈ ਇਹ ਝੂਠੇ ਨੇ ਔਰ ਮਕਾਰ ਨੇ। ਇਹ ਕਹਿੰਦੇ ਜੀ ਅਸੀਂ ਕੋਈ 2828 ਏਕੜ ਜ਼ਮੀਨ ਥੋੜੀ ਨਾ ਹੁਣ ਕੀਤੀ ਆ, 9000 ਏਕੜ ਤੋਂ ਵੱਧ ਅਸੀਂ ਜ਼ਮੀਨ ਛੁਡਵਾ। ਯਾਰ ਕਿਹਦੇ ਤੇ ਛਡਵਾਈ? ਉਹ ਕਬਜ਼ਾ ਲੈ ਕੇ ਕੀ ਕੀਤਾ? ਕਿਹਦੇ ਤੋਂ ਛਡਵਾਈ? ਇਹ ਜਿਵੇਂ ਕੱਲ ਦੀ ਲਿਸਟ ਬਣਾਈ ਹੈ, ਕਿੰਨੀ 1500-1600 ਦੀ ਲਿਸਟ ਹੈ, ਉਹਦਾ ਟੋਟਲ ਕਰੋ 1500। ਇਹ 2828 ਇੱਕ ਸਿੰਗਲ ਖੇਵਟ ਹੈ। ਤੁਸੀਂ ਇੱਕ ਗੱਲ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਇਹ ਪਿੰਡ ਦੀ ਜਿਹੜੀ ਆਬਾਦੀ ਹੈ
ਉਹ 60 ਏਕੜਾਂ 'ਚ ਹੈ। ਤੇ ਜਿਸ ਪਿੰਡ ਦੀ ਜਿਸ ਪੰਚਾਇਤ ਦੀ 60 ਏਕੜ ਦੀ ਆਬਾਦੀ ਹੋਵੇ ਉਹ ਪੰਚਾਇਤ ਲੈਂਡ 250 ਏਕੜ ਹੁੰਦੀ ਹੈ। ਇਹਦਾ ਜਵਾਬ ਦੇ ਦਿਓ ਮੈਨੂੰ ਇਸ ਗੱਲ ਦਾ। ਸਿੰਗਲ ਖੇਵਟ ਹੈ, ਖੇਵਟ ਦੀ ਜ਼ਮੀਨ ਹੈ। ਜੇ ਇਹ ਸਾਰਿਆਂ ਦੇ ਨਾਲ ਧੱਕਾ ਤਾਂ ਜਿਹੜੇ ਲੋਕਾਂ ਨੂੰ ਤੁਹਾਨੂੰ ਕਿਹਾ ਗਿਆ ਤੇ ਫਿਰ ਕਾਂਗੜ ਸਾਹਿਬ ਦਾ ਵੀ ਨਾਮ ਹੈ, ਇੱਕ ਪੀਟੀਸੀ ਦਾ ਨਾਮ ਲੈਂਦੇ, ਇੱਕ ਉਹ ਨਹੀਂ ਆਏ ਜੀ ਅੱਗੇ? ਨਾ ਆਉਣ ਜੀ, ਉਹਨਾਂ ਦੀ ਸ਼ਾਇਦ ਨਜਾਇਜ਼ ਹੋਏਗੀ, ਸਾਡੀ ਤਾਂ ਜਾਇਜ਼ ਹੈ ਔਰ ਅਸੀਂ ਤਾਂ ਲੜਾਂਗੇ ਔਰ ਪ੍ਰੂਵ ਕਰਾਂਗੇ ਝੂਠੇ ਨੇ। ਉਹ ਕਿਉਂ ਨਹੀਂ ਆਉਂਦੇ ਉਹਨਾਂ ਨੂੰ ਪੁੱਛੋ। ਜਿਹੜੀਆਂ ਹੁਣ ਤੱਕ ਜਿਹੜੀਆਂ ਤੁਸੀਂ ਕਹਿੰਦੇ ਉਹ ਵੀ ਜਾਇਜ਼ ਤਰ੍ਹਾਂ ਨਾਲ ਨਹੀਂ ਇਹਨਾਂ ਨੇ ਛੁਡਵਾਈਆਂ, ਜਾਂ ਬਹੁਤ ਲੋਕ ਸਵਾਲ ਚੱਕਦੇ ਨੇ, ਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਦੋਂ ਦੀ ਕਿਉਂ ਨਹੀਂ, ਲੋਕਾਂ ਖਾਤਰ ਕਿਉਂ ਨਹੀਂ ਅੱਗੇ ਪ੍ਰੈਸ ਕਾਨਫਰੰਸਾਂ ਕੀਤੀਆਂ? ਤੁਹਾਨੂੰ ਕਿਉਂ ਨਹੀਂ ਕੀਤੀਆਂ? ਮੈਂ ਇੱਥੇ ਸਾਰੇ ਇਲਾਕੇ 'ਚ ਫਿਰਦਾ ਰਿਹਾ, ਸਾਰੇ ਮਾਜਰੀ ਬਲਾਕ 'ਚ ਫਿਰਦਾ ਰਿਹਾ, ਮੇਰੇ ਕੋਲੇ ਸਾਰਾ ਡੇਟਾ ਫੋਨ 'ਚ ਹੈਗਾ। ਇਹ ਲੋਕ ਤੁਹਾਡਾ ਸਾਥ ਨਹੀਂ ਲੈ ਰਹੇ? ਇਹ ਲੋਕ ਜੀ ਹੁਣੇ ਵੱਡੀਆਂ ਵੱਡੀਆਂ ਪਾਰਟੀਆਂ ਕੋਲੇ ਜਾਣਾ ਚਾਹੁੰਦੇ ਆ। ਅੱਜ ਤਿਵਾੜੀ ਸਾਹਿਬ ਆ ਰਹੇ ਨੇ, ਉਹਨਾਂ ਕੋਲ ਜਾਣਾ ਚਾਹੁੰਦੇ ਨੇ। ਇਹ ਸੋਚਦੇ ਨੇ ਵੀ ਉਹਨਾਂ ਕੋਲੇ ਸਵਾਦਾਨ ਆਊਗਾ। ਪਰ ਮੈਂ ਤੁਹਾਡੇ ਥਰੂ ਅੱਜ ਕਹਿਣਾ ਚਾਹੁੰਦਾ, ਇਹਨਾਂ ਕਿਸੇ ਜਿਹੜੀਆਂ ਨੈਸ਼ਨਲਿਸਟਿਕ ਪਾਰਟੀਆਂ ਨੇ ਹਿੰਦੁਸਤਾਨ ਦੀਆਂ, ਪੰਜਾਬ ਔਰ ਪੰਜਾਬੀਆਂ ਦੀ ਆਵਾਜ਼ ਨਹੀਂ ਚੁੱਕਣੀ। ਪੰਜਾਬ ਔਰ ਪੰਜਾਬੀਆਂ ਲਈ ਜੇ ਲੜੇਗਾ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਲੜੇਗਾ। ਜਦੋਂ ਤੋਂ ਕੱਲ ਤੋਂ ਹੀ ਜਿਹੜਾ ਲਗਾਤਾਰ ਕਿਹਾ ਜਾਣ ਲੱਗਿਆ ਸੀ ਵੀ ਅਸੀਂ ਹੁਣ ਇਹਨਾਂ ਤੇ ਡੈਫਾਮੇਸ਼ਨ ਕਰਨਾ, ਪਰ ਸਰਕਾਰ ਦੇ ਜਿਹੜੇ ਬੰਦੇ ਨੇ ਕੁਝ, ਉਹਨਾਂ ਨਾਲ ਜਦੋਂ ਗੱਲ ਹੁੰਦੀ ਆ ਆਫ ਰਿਕਾਰਡ, ਉਹ ਕਹਿੰਦੇ ਜਿੱਥੇ ਮਰਜ਼ੀ ਕਰ ਲੈਣ ਔਰ ਇਹ ਖਾਣੀ ਮੂੰਹ ਦੀ ਕਹਿੰਦੇ ਇਹਨਾਂ ਨੂੰ ਇਹ ਪੈਣੀ। ਓ ਯਾਰ ਸਰਕਾਰੀ ਬਾਬੂ, ਉਹਨਾਂ ਨੂੰ ਤਾਂ ਪਤਾ ਹੀ, ਉਹਨਾਂ ਨੂੰ ਤਾਂ ਹਿਸ ਮਾਸਟਰਸ ਵੌਇਸ ਹੁੰਦੇ ਨੇ। ਜੇ ਸੀਐਮ ਨੇ ਕਹਿ ਇਹ ਕਰਨਾ ਹੈ ਤਾਂ ਬਾਬੂਡਮ ਇਹ ਕੀ ਹੈ? ਇਹੀ ਤਾਂ ਹਿੰਦੁਸਤਾਨ ਨੂੰ ਲੈ ਬੈਠੀ ਹੈ। ਇਹ ਤਾਂ ਦੇਖੋ ਜੋ ਚੀਜ਼ਾਂ ਨੇ, ਇਹ ਦੇਖੋ, ਇਹ ਪੋਲਿਟਿਕਸ ਨਹੀਂ ਹੈਗੀ, ਇਹ ਓਨਰਸ਼ਿਪ ਹੈ, ਇਹ ਟਾਈਟਲ ਆਫ ਪ੍ਰਾਪਰਟੀ ਹੈ, ਇਹ ਲੈਂਡ ਰੈਵਨਿਊ ਰਿਕਾਰਡ ਹੈ। ਐਂਡ ਇੱਕ ਸਮਝੋ, ਇਹ ਜਿਹੜਾ ਲੈਂਡ ਰੈਵਨਿਊ ਰਿਕਾਰਡ ਹੈ ਨਾ, ਇਹ ਅਕਬਰ ਦਾ ਬੰਦੋਬਸਤ ਹੈ, ਇਹ ਉਦੋਂ ਤੋਂ ਚੱਲ ਰਿਹਾ ਹੈ। ਲੈਂਡ ਰੈਵਨਿਊ ਰਿਕਾਰਡ ਕੰਟੀਨਿਊਸ ਹੈ, ਜਾ ਕੇ ਤਹਿਸੀਲਾਂ 'ਚ ਦੇਖੋ। ਆਮ 1870 1875 ਦਾ ਸਾਰੀਆਂ ਜਮ੍ਹਾਂਬੰਦੀਆਂ ਤੁਹਾਨੂੰ ਮਿਲਦੀਆਂ। ਇਹ ਕੀ ਕਰ ਲੈਣਗੇ? ਤੁਸੀਂ ਦਾਅਵਾ ਇਹ ਕਰੇ ਵੀ ਇਹ ਸਿਰਫ ਇਹਨਾਂ ਦੀ ਇੱਕ ਬੁਖਲਾਹਟ ਹੈ? ਇਹ ਬੁਖਲਾਹਟ ਨਹੀਂ ਹੈ ਜੀ, ਇਹ ਸਾਰ ਸਿਮਰਨਜੀਤ ਸਿੰਘ ਮਾਨ ਨੂੰ ਇੱਕ ਸਾਈਡ ਤੇ ਦਬਕੇ ਮਾਰਨਾ ਚਾਹੁੰਦੇ। ਕਦੀ ਭਗਤ ਸਿੰਘ ਦਾ ਮੁੱਦਾ, ਕਦੀ ਅਰੂਰ ਸਿੰਘ ਦਾ ਮੁੱਦਾ। ਕਹਿਣ ਵਾਲਾ ਉਹੀ ਭਗਤ ਸਿੰਘ ਦੇ ਨਾਂ ਤੇ ਹੁਣ ਪੋਸਟਾਂ ਪੈ ਰਹੀਆਂ, ਕਹਿੰਦੇ ਭਗਤ ਸਿੰਘ ਬੇਸ਼ੱਕ ਅੱਤਵਾਦੀ, ਪਰ ਜੇ ਤੁਹਾਡੇ ਮੁਤਾਬਕ ਅੱਤਵਾਦੀ ਸੀ, ਕਹਿੰਦੇ ਉਹਨਾਂ ਜ਼ਮੀਨਾਂ ਨਹੀਂ ਸੀ ਦੱਬੀਆਂ ਜੀ ਕਿਸੇ ਦੀਆਂ। ਗੱਲ ਸੁਣ ਲਓ, ਜ਼ਮੀਨਾਂ ਤਾਂ ਕਿਸੇ ਨੇ ਵੀ ਨਹੀਂ ਦੱਬੀਆਂ, ਅਸੀਂ ਤਾਂ ਨਹੀਂ ਦੱਬੀਆਂ, ਨਾ ਸਿਮਰਨਜੀਤ ਸਿੰਘ ਮਾਨ ਦੇ ਪਰਿਵਾਰ ਨੇ ਦੱਬੀਆਂ। ਜਦੋਂ ਇਲੈਕਸ਼ਨ ਲੜਦੇ ਹੋ ਜੀ ਇਸ ਜ਼ਮੀਨ ਦਾ ਪਾਉਂਦੇ ਹੋ ਵੇਰਵਾ ਜੀ? ਹੈਗਾ, ਮਾਲਕੀਅਤ ਹੈ ਸਾਡੀ, ਇਹਨਾਂ ਦੀ ਮਲਕੀਅਤ ਹੈ ਜ਼ਮੀਨ ਤੇ। ਰੈਵਨਿਊ ਦਿੱਤਾ ਹੋਇਆ ਹੈ, ਸਟੈਂਪ ਡਿਊਟੀ ਦਿੱਤੀ ਵੀ ਹੈ, ਸਾਰਾ ਕੁਝ ਦਿੱਤਾ ਹੋਇਆ। ਤੁਸੀਂ ਜਿਹੜੀ ਗੱਲ ਸਰਕਾਰ ਕਹਿੰਦੀ ਜੀ ਕਾਬਜ਼ ਹੈ, ਕਾਬਜ਼ ਉਹ ਹੁੰਦੇ ਹੋ ਜਿਹਦੀ ਤੁਸੀਂ ਮਾਲਕ ਨਾ ਹੋਵੋ, ਤੁਸੀਂ ਧੱਕੇ ਨਾਲ ਕਬਜ਼ਾ ਕੀਤਾ ਹੋ। ਵਾਈ ਕਰਦੇ ਹੋ ਇੱਥੇ? ਇਹ ਤਾਂ ਬੰਜਰ ਜ਼ਮੀਨ ਹੈ, ਜੰਗਲ ਦੀ ਜ਼ਮੀਨ ਹੈ। ਮੈਨੂੰ ਇਹ ਤਾਂ ਸਮਝਾਓ ਨਾ, ਕਾਹਦਾ ਕਬਜ਼ਾ ਲਿਆ ਤੁਸੀਂ? ਕਾਹਦਾ ਕਬਜ਼ਾ ਲਿਆ? ਕੋਈ ਘਰ ਦਾ ਲਿਆ, ਕੋਈ ਵਾਈ ਵੀ ਜ਼ਮੀਨ ਸੀ ਜਿਹਦਾ ਕਬਜ਼ਾ ਲਿਆ? ਮੈਂ ਕਿਹਾ ਮਾਨ ਸਿੰਘ ਮਾਨ ਤਾਂ ਕਦੀ ਆਏ ਵੀ ਨਹੀਂ ਹੋਣੇ ਇੱਥੇ। ਹਾਂ, ਕਿੱਥੇ ਹੈ ਜ਼ਮੀਨ? ਆਜੋ ਚੀਮਾ, ਆਹ ਚੀਮਾ ਸਾਹਿਬ ਨੇ ਸਾਡੇ, ਇਹ ਦਫ਼ਤਰ ਸਕੱਤਰ ਨੇ, ਇਹ ਪਰਿਵਾਰ ਨਾਲ 40-50 ਸਾਲ ਤੋਂ ਜੁੜੇ ਹੋਏ ਨੇ, ਸਾਰੀਆਂ ਟ੍ਰਾਂਜੈਕਸ਼ਨ ਇਹਨਾਂ ਦੇ ਹੱਥਾਂ 'ਚ ਹੋਈਆਂ ਨੇ। ਫਿਰ ਤੁਸੀਂ ਇਸ ਜ਼ਮੀਨ ਦਾ ਵੀ ਵੇਰਵਾ ਪਾਉਂਦੇ ਹੋ ਚੀਮਾ ਸਾਹਿਬ? ਹਰ ਇਲੈਕਸ਼ਨ ਦੇ ਵਿੱਚ ਮਾਨ ਸਾਹਿਬ ਕੋਲ ਕਿੰਨੀ ਜ਼ਮੀਨ ਹੈ, ਜੇ ਕਿਸੇ ਨੇ ਵੇਚੀ ਹੈ, ਕਿਸੇ ਨੇ ਖਰੀਦੀ ਹੈ, ਕਿਹੜੀ ਵੇਚ ਕੇ ਕਿਹੜੀ ਲਈ ਹੈ, ਪੈਸਾ ਕਿੱਥੋਂ ਆਇਆ ਜ਼ਮੀਨ ਲਈ, ਉਹ ਸਾਰਾ ਗਵਰਨਮੈਂਟ ਆਫ ਇੰਡੀਆ ਤੱਕ ਜਾਂਦਾ ਹੈ। ਚੋਣ ਕਮਿਸ਼ਨ ਸਾਰਿਆਂ ਨੂੰ ਜਾਂਦਾ ਹੈ। ਚੋਣ ਕਮਿਸ਼ਨ ਦੇ ਵਿੱਚ ਇੱਕ ਆਪਾਂ ਜਿਹੜੀ ਐਪਲੀਕੇਸ਼ਨ ਭਰਦੇ ਉਹਦੇ ਨਾਲ ਇੱਕ ਐਫੀਡੇਵਿਟ ਲੱਗਦਾ, ਉਸ ਐਫੀਡੇਵਿਟ ਦੇ ਵਿੱਚ ਇੱਕ ਵੇਰਵਾ ਲਿਖੀਦਾ ਵੀ ਕਿਹੜਾ ਪੈਸਾ ਕਿੱਥੋਂ ਆਇਆ। ਅੱਜ ਪ੍ਰੈਸ ਕਾਨਫਰੰਸਾਂ ਕਰ ਰਹੇ ਹੋ, ਜਦੋਂ ਕੱਲ੍ਹ ਛਡਵਾਉਣ ਆਏ ਸੀ ਉਦੋਂ ਵਿਰੋਧ ਕਿਉਂ ਨਹੀਂ ਜੀ? ਕਿਹਨੂੰ ਪਤਾ ਸੀ ਵੀ ਆਇਆ ਕੋਈ ਇੱਥੇ? ਅੱਛਾ ਜੀ, ਤੁਹਾਨੂੰ ਕੋਈ ਨੋਟਿਸ ਨਹੀਂ? ਤੁਹਾਨੂੰ ਹੀ ਇਕੱਲਿਆਂ ਨੂੰ ਸੱਦਿਆ, ਉਹਨੇ ਸਾਨੂੰ ਨਹੀਂ ਸੱਦਿਆ। ਅੱਛਾ ਜੀ, ਕਿਸੇ ਨੂੰ ਪਤਾ ਹੀ ਨਹੀਂ। ਉਹ ਤਾਂ ਸ਼ਾਮ ਨੂੰ ਸੁਣਿਆ ਕਿ ਇਹਨਾਂ ਨੇ ਜ਼ਮੀਨ ਦਾ ਕਬਜ਼ਾ ਲਿਆ। ਕੋਈ ਪਿੰਡ ਵਾਲਾ ਸੀ ਉੱਥੇ ਜੇ ਤੁਸੀਂ ਗਏ ਸੀ ਤਾਂ? 6 ਵਜੇ ਸ਼ਾਮ ਨੂੰ ਪਤਾ ਲੱਗਿਆ। ਹੁਣ ਫਿਰ ਜਿਹੜਾ ਬੋਰਡ ਲਾਇਆ ਜੀ ਉਹਨਾਂ ਨੇ ਪਬਲਿਕ ਨੋਟਿਸ ਉੱਥੇ ਜੀ? ਦੇਖੋ, ਅਸੀਂ ਤਾਂ ਕੰਟੈਂਪਟ ਆਫ ਕੋਰਟ ਫਾਈਲ ਕਰ ਰਹੇ ਹਾਂ। ਬਾਕੀ ਜੋ ਵੀ ਲੋੜੀਂਦੀ ਕਾਰਵਾਈ ਆ ਆਪਣੇ ਰਾਈਟਸ ਔਰ ਇੰਟਰਸਟ ਨੂੰ ਪ੍ਰੋਟੈਕਟ ਕਰਨ ਲਈ ਅਸੀਂ ਸਾਰੇ। 60 ਕਿੱਲਿਆਂ 'ਚ ਪਿੰਡ ਹੈ, 60 ਕਿੱਲੇ ਪਿੰਡ ਦੀ ਜ਼ਮੀਨ ਹੈ ਤੇ 250 ਏਕੜ ਜ਼ਮੀਨ ਨੇ ਉੱਥੇ। ਫਿਰ ਪਿੰਡ ਵਾਲਿਆਂ ਦੀ ਕਿੱਥੇ ਹੈ? ਪਿੰਡ 'ਚ ਕੋਈ ਜ਼ਿਮੀਂਦਾਰ ਨਹੀਂ ਹੈਗਾ, ਪਿੰਡ ਵਾਲਿਆਂ ਦੀ ਜ਼ਮੀਨ ਕਿੱਥੇ ਹੈ? ਜੇ 250 ਏਕੜ ਸਰਕਾਰੀ ਜ਼ਮੀਨ ਹੈ, ਪਿੰਡ ਵਾਲਿਆਂ ਦੀ ਕਿੱਥੇ ਹੈ? ਤੁਸੀਂ ਦੱਸੋ। ਬਿਲਕੁਲ, ਇਹ ਸਵਾਲ ਹੈ, ਅਸੀਂ ਕਰਾਂਗੇ, ਜ਼ਰੂਰ ਕਰਾਂਗੇ ਜੀ। ਅਸੀਂ 60 ਕਿੱਲੇ ਪਿੰਡ ਵਾਸਤੇ ਜ਼ਮੀਨ ਹੈ, ਪਿੰਡ ਵਾਸਤੇ ਜ਼ਮੀਨ ਜਿਹੜੀ ਹੈ, ਜੇ ਪਿੰਡ ਉੱਥੇ ਵਸਦਾ ਉਹ ਲਾਲ ਲਕੀਰ 'ਚ ਹੋਏਗੀ। ਪਰ ਫਿਰ ਜਿਹੜੇ ਪਿੰਡ ਦੇ ਜ਼ਿਮੀਂਦਾਰ ਨੇ ਉਹਨਾਂ ਦੀ ਜ਼ਮੀਨ ਕਿੱਥੇ ਹੈ? ਇਹ ਖੇਵਟ ਦੀ ਜ਼ਮੀਨ ਹੈ ਜੀ, ਕਿੱਥੇ ਇਹ ਖੇਵਟ ਹੈ। ਕੀ ਆਪਾਂ ਮਤਲਬ, ਇਹ ਤਾਂ ਇਹਨਾਂ ਨੇ ਆਤੀ ਕਰਤੀ ਹੈ,
ਇਹਨਾਂ ਨੂੰ ਪਤਾ ਹੀ ਨਹੀਂ ਹੈ। ਇਹਦਾ ਮਤਲਬ ਹੈ ਜਿਹੜਾ ਤੁਹਾਡਾ ਚੀਫ ਮਿਨਿਸਟਰ ਹੈ, ਤੁਹਾਡਾ ਪੰਚਾਇਤੀ ਰਾਜ ਵਾਲਾ ਮਿਨਿਸਟਰ ਹੈ, ਇਹਨੂੰ ਬੇਸਿਕ ਲੈਂਡ ਰੈਵਨਿਊ ਦਾ ਹੀ ਨਹੀਂ ਪਤਾ। ਉਹ ਤਾਂ ਡਰਾਮਾ ਕਰਿਆ ਇਹਨਾਂ ਨੇ ਕਿ ਇੱਕ ਵਾਰ ਬਦਨਾਮ ਕਰ ਦੋ, ਬਾਅਦ 'ਚ ਮਾਫੀ ਮੰਗ ਲਾਂਗੇ। ਜਿਵੇਂ ਕੇਜਰੀਵਾਲ ਨੇ ਕਈ ਵਾਰ ਮਾਫੀ ਮੰਗ ਲਈ, ਅਜੇ ਤੱਕ ਉਹਨੇ ਕਿਹਾ ਹੋਣਾ ਕੋਈ ਗੱਲ ਨਹੀਂ, ਇੱਕ ਵਾਰ ਮਾਨ ਨੂੰ ਬਦਨਾਮ ਕਰ ਲਓ ਫਿਰ ਆਪਾਂ ਮਾਫੀ ਮੰਗ ਲਾਂਗੇ। ਪਰ ਜੇ ਬਦਨਾਮ ਵਾਲੀ ਵੀ ਗੱਲ ਆਪਾਂ ਦੇਖੀਏ ਤਾਂ ਇਹ ਬਦਨਾਮ ਚੋਣਾਂ ਦੇ ਪਹਿਲਾਂ ਕਰਦੇ ਤਾਂ ਕਿ ਲੋਕ ਵੋਟ ਨਾ ਕਰ ਸਕਣ ਜੀ। ਉਦੋਂ ਇਹਨਾਂ ਨੂੰ ਉਦੋਂ ਤਾਂ ਇਹ ਸੋਚਦੇ ਕਿ ਮਾਨ ਤਾਂ ਹਾਰਿਆ ਪਿਆ, ਇਹਦੇ ਕਹਿੰਦੇ ਸੀ ਜ਼ਮਾਨਤ ਜ਼ਬਤ ਹੈ। ਹੁਣ ਜਦੋਂ 92 MP MLA ਚੋਂ ਤੇ ਇਹਨਾਂ ਦੇ ਸਾਰੇ ਉੱਥੇ ਜਿੱਤੇ ਹੋਏ ਹਲਕਿਆਂ 'ਚੋਂ ਅਸੀਂ ਖਿੱਚ ਕੇ ਆ ਗਏ ਹਾਂ, ਹੁਣ ਪੀੜ ਹੋਈ ਹੈ। ਇਹ ਤਾਂ ਸਾਨੂੰ ਸਮਝਦੇ ਨਹੀਂ ਸੀਗੇ ਇਹ ਕਿਸੇ ਚੋਣ 'ਚ ਹੈਗੇ ਨੇ। ਇਹ ਤਾਂ ਆਪਣੇ ਮੁਕਾਬਲੇ 'ਚ ਕਿਸੇ ਨੂੰ ਨਹੀਂ ਸੀ ਸਮਝਦੇ, ਸਾਨੂੰ ਤਾਂ ਸਭ ਤੋਂ ਥੱਲੇ ਸਮਝਦੇ ਸੀ। ਦੇਖੋ ਗੱਲ ਇਹ ਹੈ ਵੀ ਇਹਨਾਂ ਨੇ ਇਹ ਸੋਚਿਆ ਵੀ ਇਹਨਾਂ ਨੂੰ ਇਸ ਮਾਮਲਿਆਂ 'ਚ ਉਲਝਾ ਦਿਓ ਤੇ ਜਿਹੜੇ ਪੰਜਾਬ ਦੇ ਬੁਨਿਆਦੀ ਮੁੱਦੇ ਨੇ, ਸੰਘੀ ਢਾਂਚੇ ਦੇ ਮੁੱਦੇ ਨੇ, ਇੰਪਲੋਇਮੈਂਟ ਦਾ ਮੁੱਦਾ ਹੈ, ਟ੍ਰੇਡ ਦਾ ਮੁੱਦਾ ਹੈ, ਪਾਣੀਆਂ ਦਾ ਮੁੱਦਾ ਹੈ, ਚੰਡੀਗੜ੍ਹ ਦਾ ਮੁੱਦਾ ਹੈ, ਠੀਕ ਹੈ, ਉਹਦੀ ਗੱਲ ਨਾ ਹੋ ਸਕੇ। ਬਿਕੋਜ਼ ਅਕਾਲੀ ਦਲ ਅੰਮ੍ਰਿਤਸਰ ਔਰ ਸਰਦਾਰ ਸਿਮਰਨਜੀਤ ਸਿੰਘ ਮਾਨ ਪਾਰਲੀਮੈਂਟ 'ਚ ਇਹਨਾਂ ਦਾ ਤਾਂ ਮੈਂਬਰ ਹੈ ਨਹੀਂ ਕੋਈ ਲੋਕ ਸਭਾ 'ਚ। ਚਲੋ ਇਹਨਾਂ ਨੇ ਸਾਰੀ ਜ਼ਮੀਨ ਨੂੰ ਇਹ ਸਾਰੇ ਟੱਕ ਨੂੰ ਮਤਲਬ ਕਿ ਉਹ ਸਮਝ ਲਿਆ ਹੋਣਾ ਨਜਾਇਜ਼। ਚਲੋ ਤੁਸੀਂ ਕਹਿੰਦੇ ਹੋ ਜਾਇਜ਼, ਫਿਰ ਹੋ ਸਕਦਾ ਬਾਕੀਆਂ ਦੀ ਨਜਾਇਜ਼ ਹੀ ਹੋਵੇ ਜੀ, ਉਹ ਤਾਂ ਫਿਰ ਕੀਤੀ ਗਈ ਨਾ ਕਾਰਵਾਈ ਜੀ, ਜਾਂ ਸਾਰੇ ਇੱਕੋ ਚ ਆਉਂਦੇ ਆ। ਫਰਦਾਂ ਨੇ ਸਾਡੇ ਕੋਲ, ਫਰਦਾਂ ਨੇ ਜਿਹੜੀਆਂ ਜ਼ਮੀਨਾਂ ਖਰੀਦੀਆਂ ਉਹਨਾਂ ਦੀਆਂ ਵੀ ਕਿਹਦੀ ਜ਼ਮੀਨ ਹੈ, ਕਿੰਨੇ ਵੇਚੀ ਹੈ, ਤਹਿਸੀਲਦਾਰਾਂ ਨੇ ਰਜਿਸਟਰੀ ਕਰੀ ਹੈ, ਉਹਦੇ ਪੈਸੇ ਭਰੇ ਆ, ਉਹਦੀ ਕਲਸਟਰ ਰੇਟ ਦੱਸਿਆ ਵੀ ਆਹ ਏ, ਭਾਵੇਂ ਅਸੀਂ ਰਜਿਸਟਰੀ ਉਦੋਂ ਪਰ ਜਿਹੜਾ ਉਹਦੀ ਫੀਸ ਲਈ ਹੈ ਕਲਸਟਰ ਰੇਟ ਦੀ ਫੀਸ ਲਈ ਹੋਈ ਹੈ। ਅੱਜ ਵੀ ਹੈ ਕਲਸਟਰ ਰੇਟ? ਹਾਂ ਅੱਜ ਵੀ ਹੈਗਾ ਕਲਸਟਰ ਰੇਟ। ਕਲੈਕਟਰ ਰੇਟ ਉਹਦਾ ਹੀ ਹੁੰਦਾ ਜੀ, ਜਿਹਦਾ ਕਲੈਕਟਰ ਰੇਟ ਉਹਦਾ ਹੀ ਜ਼ਮੀਨ ਦਾ ਹੁੰਦਾ ਹੈ ਜਿਹੜੀ ਸੇਲੇਬਲ ਹੋਵੇ। ਹਾਂਜੀ ਉਹੀ ਕਹਿੰਦਾ ਮੈਂ, ਸਰਕਾਰੀ ਦਾ ਤਾਂ ਕਲੈਕਟਰ ਰੇਟ ਨਹੀਂ ਹੋਊਗਾ। ਤੁਹਾਨੂੰ ਰਜਿਸਟਰੀ ਦੇਵਾਂਗੇ ਜਿਹਦੇ 'ਚ ਕਲੈਕਟਰ ਰੇਟ ਹੋਊਗਾ ਵੀ ਆਹ ਜ਼ਮੀਨ 8 ਕਿੱਲੇ ਖਰੀਦੀ ਸੀ, ਇਹਦਾ ਕਲੈਕਟਰ ਰੇਟ ਆ ਸੀ, ਕਲੈਕਟਰ ਰੇਟ ਦੇ ਹਿਸਾਬ ਨਾਲ ਇੰਨੀ ਫੀਸ ਬਣਦੀ ਸੀ। 50 ਸਾਲ 60 ਸਾਲ ਪਹਿਲਾਂ ਕੀ ਸੋਚਦੇ ਨੇ ਵੀ ਇਹੀ ਦੁੱਧ ਧੋਤੇ ਜੰਮੇ ਆ। ਇਹ ਇਦਾਂ ਨਹੀਂ ਹੁੰਦਾ, ਔਰ ਇਹ ਮੂੰਹ ਦੀ ਖਾਣੀ ਇਹ ਖਾਣਗੇ। ਅੱਜ ਟਾਈਮ ਨਹੀਂ ਸੀ, ਤੁਹਾਨੂੰ ਅਸੀਂ ਅਗਲੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਦੇ ਕਲੈਕਟਰ ਰੇਟ ਦਿਆਂਗੇ ਜਿਹੜੀ ਜ਼ਮੀਨ ਖਰੀਦੀ ਹੈ, ਔਰ ਕਲੈਕਟਰ ਰੇਟ ਦੇ ਹਿਸਾਬ ਨਾਲ ਉਹਦਾ ਖਰਚਾ ਭਰਿਆ ਹੋਇਆ ਦਿਆਂਗੇ। ਆਹ ਕੋਰਟ ਫੀਸ ਲੱਗੀ ਹੈ ਇਹਦੇ 'ਚ, ਠੀਕ ਹੈ ਨਹੀਂ। ਅੱਜ ਉਹ ਦਾਵਾ ਪੇਸ਼ ਕਰ ਰਹੇ, ਤੁਸੀਂ ਕਹਿੰਦੇ ਡੈਫਾਮੇਸ਼ਨ ਕਰਾਂਗੇ, ਅਗਰ ਉਹ ਫਿਰ ਡੈਫਾਮੇਸ਼ਨ ਤੋਂ ਬਾਅਦ ਵੀ ਪ੍ਰੂਫ ਕਰ ਦਿੰਦੇ ਆ ਵੀ ਇਹ ਨਜਾਇਜ਼ ਸੀਗੀ ਜੀ, ਫਿਰ ਕਿਉਂਕਿ ਉਹਨਾਂ ਦੇ ਨਾਲ ਇਹ ਇੱਕ ਮਿੰਟ ਤੁਸੀਂ ਕਿਵੇਂ ਪ੍ਰੂਫ ਕਰ ਦੇਣਗੇ, ਕਿਵੇਂ ਪ੍ਰੂਫ ਕਰ ਦੇਣਗੇ? ਨਹੀਂ ਦੇਖੋ ਸਵਾਲ ਤਾਂ ਭਵਿੱਖ ਦੇ ਵਿੱਚ ਪਿਆ ਨਾ ਜੀ ਨਤੀਜਾ। ਸਭ ਤੋਂ ਪਹਿਲਾਂ ਨਹੀਂ ਰੈਵਨਿਊ ਸਭ ਤੋਂ ਥੱਲੇ ਪਟਵਾਰੀ ਆਉਂਦਾ, ਸਾਰਾ ਕੰਮ ਪਟਵਾਰੀ ਤੋਂ ਚੱਲਦਾ। ਪਟਵਾਰੀ ਨੇ ਫਰਜ਼ ਦਿੱਤੀ ਹੈ, ਦਸਖਤ ਜਿੰਨੇ ਮਰਜ਼ੀ ਪਟਵਾਰੀ ਨੇ ਕਰੇ ਹੋਣ, ਤਹਿਸੀਲਦਾਰ ਨੇ ਰਜਿਸਟਰੀ ਕਰੀ ਹੈ, ਕਲੈਕਟਰ ਰੇਟ ਦੇ ਉੱਤੇ ਫੀਸ ਲਈ ਹੈ, ਭਾਵੇਂ ਉਹ ਜ਼ਮੀਨ ਸਸਤੀ ਹੈ, ਇਹਨਾਂ ਨੇ ਕਲੈਕਟਰ ਰੇਟ ਫੀਸ ਲੈਣ ਲਈ ਵਧਾਇਆ ਹੋਇਆ। ਜਦੋਂ ਤੁਹਾਨੂੰ ਅਸੀਂ ਉਹ ਸਾਰਾ ਰਿਕਾਰਡ ਦਵਾਂਗੇ, ਕਿਉਂਕਿ ਇੱਕ ਦਿਨ ਦੇ ਟਾਈਮ 'ਚ ਇਹ ਹੋ ਨਹੀਂ ਸਕਿਆ, ਅੱਜ ਦਫ਼ਤਰ ਵੀ ਬੰਦ ਨੇ, ਤੁਹਾਨੂੰ ਸਾਰਾ ਕੁਝ ਦਵਾਂਗੇ। ਖਲੀ ਸਾਹਿਬ, ਮੈਂ ਜਿਹੜੀ ਗੱਲ ਤੁਹਾਨੂੰ ਬਾਰ-ਬਾਰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ, ਚਾਹੇ ਉਹ ਇਮਾਨ ਸਿੰਘ ਹੈ, ਚਾਹੇ ਕੋਈ ਨੱਥਾ ਸਿੰਘ ਹੈ, ਚਾਹੇ ਕੋਈ ਪ੍ਰੇਮ ਸਿੰਘ ਹੈ, ਜ਼ਮੀਨ ਦੇ ਮਾਲਕ ਕਿਵੇਂ ਬਣਦੇ ਆ, ਟਾਈਟਲ ਕਿਵੇਂ ਟਰਾਂਸਫਰ ਹੁੰਦਾ, ਟਾਈਟਲ ਮਲਕੀਅਤ ਕਿਵੇਂ ਟਰਾਂਸਫਰ ਹੁੰਦੀ, ਉਹਦਾ ਇੱਕ ਲੇਡ ਡਾਊਨ ਪ੍ਰੋਸੀਜਰ ਹੈ। ਮੈਂ ਬਾਰ-ਬਾਰ ਕਹਿ ਰਿਹਾ, ਅੰਡਰ ਟਰਾਂਸਫਰ ਆਫ ਪ੍ਰਾਪਰਟੀ ਐਕਟ, ਉਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਰਜਿਸਟਰੀ ਕਰਾਉਣੇ ਹੋ। ਤਹਿਸੀਲਦਾਰ ਸਾਹਮਣੇ ਬਾਇਰ ਤੇ ਸੈਲਰ ਖੜਾ ਹੁੰਦਾ, ਉਹ ਕਹਿੰਦੇ ਜੀ ਵੀ ਮੈਂ ਇੰਨੀ ਅੱਖਰ ਹੈ ਲਾਅ ਦੇ ਵਿੱਚ ਕੰਸੀਡਰੇਸ਼ਨ, ਵੀ ਮੈਂ ਇੰਨਾ ਪੈਸਾ ਵਸੂਲ ਪਾਇਆ ਤੇ ਮੈਂ ਆਪਦੀ ਮਾਲਕੀਅਤ ਔਰ ਪੋਜੈਸ਼ਨ ਮੈਂ ਜਦੋਂ ਤਹਿਸੀਲਦਾਰ ਕੋਲ ਹਾਂ ਉਹਦੇ ਸਾਹਮਣੇ ਗਵਾਹੀ ਹੁੰਦੀ ਹੈ। ਉਦੋਂ ਬਾਅਦ ਉਹ ਗਵਾਹੀ ਜਾਂਦੀ ਹੈਗੀ ਹੈ ਰੈਵਨਿਊ ਡਿਪਾਰਟਮੈਂਟ ਕੋਲੇ। ਉਹ ਰੈਵਨਿਊ ਡਿਪਾਰਟਮੈਂਟ ਪਟਵਾਰੀ ਉਹ ਰਜਿਸਟਰੀ ਚੜ੍ਹਾਉਣ ਇੰਤਕਾਲ ਕਰਦਾ ਤੇ ਤਹਿਸੀਲਦਾਰ ਉਹਨੂੰ ਅਪਰੂਵ ਕਰਦਾ ਤੇ ਤੁਸੀਂ ਮਾਲਕ ਬਣਦੇ ਹੋ। ਨਜਾਇਜ਼ ਕਬਜ਼ਾ ਤਾਂ ਹੁੰਦਾ ਹੈ ਜੇ ਤੁਹਾਡੇ ਪੋਜੈਸ਼ਨ 'ਚ ਹੋਵੇ ਤੇ ਤੁਸੀਂ ਮਾਲਕ ਨਾ ਹੋਵੋ। ਇੱਥੇ ਤਾਂ ਅਸੀਂ ਮਾਲਕ, ਲੋਕ ਇੱਥੋਂ ਦੇ ਮਾਲਕ ਨੇ। ਲੈਂਡ ਰੈਵਨਿਊ ਰਿਕਾਰਡ ਜਿਨ੍ਹਾਂ ਨੇ ਖਰੀਦੀਆਂ ਨੇ ਆਪਦੇ ਹਾਰਡ ਅਰਨਡ ਮਨੀ 'ਚੋਂ ਖਰੀਦੀਆਂ ਹੋਈਆਂ ਜ਼ਮੀਨਾਂ ਨੇ, ਔਰ ਜਿਨ੍ਹਾਂ ਨੇ ਵੇਚੀਆਂ ਨੇ ਉਹਨਾਂ ਨੇ ਪੁਰਖਿਆਂ ਦੀਆਂ ਵੇਚੀਆਂ ਨੇ। ਔਰ ਜੇ ਸਰਕਾਰ 125 ਏਕੜ ਦਾ ਹੀ ਦੇ ਦਿੰਦੀ ਹੈ ਤੁਹਾਨੂੰ ਨੰਬਰ, ਫਿਰ ਤੁਸੀਂ ਦਾਵਾ ਕਰਾਂਗੇ ਪੋਜੈਸ਼ਨ ਦਾ, ਲਿਆਓ ਦਿਓ, ਅਸੀਂ ਤਾਂ ਅਮੀਰ ਹੋ, ਅਸੀਂ ਤਾਂ ਸਾਡੇ ਕੋਲੇ ਤਾਂ ਵਿੰਡਫਾਲ ਆ ਗਈ। ਇਹ ਸਭ ਜਦੋਂ ਰਜਿਸਟਰੀ ਹੁੰਦੀ ਹੈ ਨਾ, ਤਹਿਸੀਲਦਾਰ ਦੋਹਾਂ ਦੇ ਵਿੱਚ ਖੜਾ, ਤਹਿਸੀਲਦਾਰ ਕੋਲ ਬੈਠਾ ਹੁੰਦਾ, ਦੋਵੇਂ ਬੰਦੇ ਜਿਹੜੇ ਵੇਚਦਾ ਖਰੀਦਦਾ ਕੋਲ ਖੜਾਏ ਹੁੰਦੇ ਨੇ, ਫੋਟੋ ਹੁੰਦੀ ਹੈ। ਫਿਰ ਜੇ ਖਰੀਦਦਾਰ ਨਾ ਵੀ ਹੋਵੇ
ਤਾਂ ਜਿਹੜਾ ਖਰੀਦਦਾਰ ਵੱਲੋਂ ਖਰੀਦਦਾ ਕੱਢਦਾ ਉਹਦੀ ਫੋਟੋ ਹੁੰਦੀ ਹੈ, ਲੇਕਿਨ ਵੇਚਣ ਵਾਲੇ ਦੀ ਫੋਟੋ ਜ਼ਰੂਰ ਹੁੰਦੀ ਹੈ ਨਾਲ। ਇਹਨਾਂ ਦੇ ਅੱਜ ਕਾਗਜ਼ ਵਗੈਰਾ ਲੈ ਕੇ ਆਏ ਸੀ ਤੁਸੀਂ ਰਜਿਸਟਰੀ ਵਗੈਰਾ ਜਾਂ ਤੁਹਾਡੇ ਕੋਲ ਜੋ ਵੀ ਹੈ? ਸਾਡੇ ਕੋਲ ਅੱਜ ਸਾਡੇ ਕੋਲ ਐਡੀ ਜਲਦੀ ਅਸੀਂ ਪੈਦਾ ਨਹੀਂ ਕਰ ਸਕੇ। ਅੱਜ ਦੀ ਤਰੀਕ ਦਾ ਸਿਰਫ ਇਹ ਸੀਗਾ ਤੁਹਾਨੂੰ ਲੋਕਾਂ ਨੂੰ ਦੱਸਣਾ, ਇਹਨਾਂ ਦੇ ਜਿਹੜਾ ਕੁਫਰ ਇਹਨਾਂ ਨੇ ਤੋਲਿਆ ਹੈ, ਉਹਨੂੰ ਐਕਸਪੋਜ਼ ਕਰਨਾ। ਬਹੁਤ ਲੋਕ ਇਹ ਵੀ ਕਹਿਣਗੇ ਨਾ ਜਦੋਂ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਤਾਂ ਕਾਗਜ਼ਾਂ ਦੇ ਨਾਲ ਹੀ ਆਉਂਦੇ ਬਈ। ਅੱਜ ਬਾਈ ਜੀ ਸੈਟਰਡੇ ਸੀ, ਕੱਲ ਸ਼ਾਮ ਨੂੰ, ਅੱਜ ਸੈਟਰਡੇ ਦਫ਼ਤਰ ਬੰਦ ਹੈ ਸਾਰੇ, 5 ਡੇ ਪੰਜਾਬ 'ਚ ਵੀਕ ਹੈ। ਲੋਕਾਂ ਦੇ ਕਹਿਣਾ ਕਿ ਅਸੀਂ ਹਾਈ ਕੋਰਟ ਗੱਲ ਕਰਾਂਗੇ, ਹੁਣ ਹਾਈ ਕੋਰਟ ਕਰਕੇ ਫਿਰ ਤੁਹਾਡੇ ਨਾਲ ਗੱਲ ਕਰਾਂਗੇ। ਜਿੱਦਣ ਗੱਲ ਕਰਾਂਗੇ ਅਗਲੀ ਵਾਰ ਤੁਹਾਨੂੰ ਸਾਰੀਆਂ ਰਜਿਸਟਰੀਆਂ ਦੀਆਂ ਫੋਟੋ ਕਾਪੀਆਂ ਦੇਵਾਂਗੇ, ਨਾਲ ਤਹਿਸੀਲਦਾਰਾਂ ਦੀਆਂ ਫੋਟੋ, ਕਲੈਕਟਰ ਰੇਟ ਦਵਾਂਗੇ, ਉਹਦੇ 'ਚ ਆਪ ਲਿਖਿਆ ਹੋਊਗਾ ਕਲੈਕਟਰ ਰੇਟ ਕੀ ਹੈ। ਕਾਲ ਕਾਪੀਆਂ ਦੇਾਂਗੇ, ਇੰਤਕਾਲ ਲਾਣੀਆਂ, ਜਮਾਬੰਦੀਆਂ ਦੇਾਂਗੇ, ਸਭ ਕੁਝ ਹੈ ਸਾਡੇ ਕੋਲ। ਘਬਰਾਉਣ ਵਾਲੀ ਇਹ ਨਹੀਂ ਗੱਲ ਹੈਗੀ ਕਿ ਅਸੀਂ ਕੋਈ ਝੂਠ ਬੋਲ ਰਹੇ, ਐਵੇਂ ਨਹੀਂ। ਮਤਲਬ ਕਿਸੇ ਜ਼ਮੀਨ ਨੂੰ ਤੁਹਾਨੂੰ ਹੁਣ ਤੁਸੀਂ ਇੱਥੇ ਖੜੇ ਹੋ, ਠੀਕ ਹੈ ਨਹੀਂ, ਤੇ ਕੋਈ ਦੂਜਾ ਬੰਦਾ ਆ ਕੇ ਕਹਿ ਦੇ ਕਿ ਇਹ ਤਾਂ ਸਰਕਾਰੀ ਜ਼ਮੀਨ ਹੈ, ਕਿਸੇ ਨੇ ਖਰੀਦੀ ਹੈ ਨਾ, ਇਹ ਤੇ ਖਰੀਦੀ ਹੋਈ ਕੋਈ ਚੀਜ਼ ਸਰਕਾਰ ਨੇ 66 ਕਿੱਲਿਆਂ ਤਾਂ ਉਹ 66 ਕਿੱਲੇ ਤਾਂ 60 ਕਿੱਲੇ ਤਾਂ ਪਿੰਡ ਦੀ ਜ਼ਮੀਨ ਹੈ, ਜਿਹੜੀ ਪਿੰਡ ਦੀ ਬਾਉਂਡਰੀ ਹੁੰਦੀ ਹੈ, ਤੇ ਉਹ 60 ਕਿੱਲੇ ਬਾਉਂਡਰੀ ਵਾਲੇ ਪਿੰਡ ਦੀ ਕੋਈ ਜ਼ਮੀਨ ਨਹੀਂ ਇੱਥੇ 250 ਕਿੱਲੇ। ਮਾਨ ਸਾਹਿਬ ਦੇ ਵੱਲੋਂ ਹੀ ਬੋਲ ਰਹੇ ਹੋ ਜਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ? ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਵੱਲੋਂ ਨਹੀਂ ਬੋਲ ਰਹੇ। ਅੱਛਾ ਜੀ, ਤੇ ਪਾਰਟੀ ਵੱਲੋਂ ਕੀ? ਪਾਰਟੀ ਵੱਲੋਂ ਅਸੀਂ ਜਿਹੜਾ ਲੋਕਾਂ ਦੇ ਨਾਲ ਆ, ਇਹ ਤੇ ਜਿਹੜਾ ਜੇ ਇਹ ਸਾਰੀ ਲੋਕਾਂ ਦੇ ਨਾਲ ਜੇ ਧੱਕਾ ਹੋਏ ਤਾਂ ਇਹਨਾਂ ਨਾਲ ਵੀ ਖੜੋਗੇ ਕਿ ਆਪਣੇ ਹੱਡ ਛਡਾ ਕੇ ਪਰੇ ਹੋਗੇ ਜੀ? ਅਸੀਂ ਆਪਣੇ ਹੱਡ ਕਿਉਂ ਛਡਾਵਾਂਗੇ? ਸਾਰੇ ਲਈ ਪਾਵਾਂਗੇ, ਸਾਰਿਆਂ ਨੇ ਤਾਂ ਦੱਬ ਲਈਏ ਨੇ। 228 ਕਿੱਲੇ ਤਾਂ ਪਿੰਡ ਦੀ ਜ਼ਮੀਨ ਹੈ। ਇਹ ਨਹੀਂ, ਮੈਂ ਤੁਹਾਨੂੰ ਕਹਿ ਰਿਹਾ ਕੱਲਾ ਇਹ ਨਹੀਂ, ਇਸ ਹਲਕੇ 'ਚ ਨਹੀਂ, ਇਹ ਜਿੱਥੇ ਜਿੱਥੇ ਪੰਜਾਬ 'ਚ ਧੱਕਾ ਕਰਨਗੇ ਲੋਕਾਂ ਦੀਆਂ ਜ਼ਮੀਨਾਂ, ਜਿਨ੍ਹਾਂ ਲੋਕਾਂ ਨੂੰ, ਦੇਖੋ ਇੱਕ ਗੱਲ ਸਮਝੋ, ਹਿਸਟੋਰੀਕਲੀ ਜ਼ਿਮੀਂਦਾਰ ਨੂੰ ਕਿੰਨੇ ਮਾਲਕ ਬਣਾਇਆ ਜ਼ਮੀਨਾਂ ਦਾ? ਬਾਬਾ ਬੰਦਾ ਬਹਾਦਰ ਨੇ, ਸਟੇਟ ਤੋਂ ਖੋ ਕੇ। ਅੱਜ ਇਹ ਕੀ ਕਰ ਰਹੇ ਹੈ? ਇਹ ਉਲਟਾ ਕਰ ਰਹੇ ਹੈ, ਲੋਕਾਂ ਤੋਂ ਲੈ ਕੇ ਸਟੇਟ ਨੂੰ ਮਾਲਕ ਬਣਾ ਰਹੇ ਹੈ। ਇਹਨਾਂ ਨੇ ਮਹਾਰਾਜ ਇਹ ਜ਼ਮੀਨਾਂ ਲੋਕਾਂ ਦੀਆਂ ਕਬਜ਼ੇ 'ਚ ਕਰਕੇ ਨਾ ਅਡਾਨੀਆਂ ਵਡਾਨੀਆਂ ਨੂੰ ਦੇਣੀਆਂ ਨੇ। ਸਭ ਤੋਂ ਵੱਡੀ ਗੱਲ ਤੇ ਆਹ ਹੈ। ਬਹੁਤ ਲੋਕਾਂ ਨੇ ਤਾਂ ਆਪਣੇ ਆਪ ਹੀ ਛੱਡਤੀਆਂ ਜੀ, ਬਹੁਤ ਲੋਕਾਂ ਨੇ ਆਪਣੇ ਆਪ ਛੱਡੀਆਂ। ਇਹਨਾਂ ਨੇ ਇਨਾਮ ਵੀ ਦਿੱਤੇ ਆ ਜੀ ਉਹਨਾਂ ਨੂੰ। ਉਹ ਕਹਿੰਦੇ ਜੀ ਅਸੀਂ ਨਜਾਇਜ਼ ਕੀਤੇ ਹੋਏ ਸੀ ਭਾਈ। ਜਿਨ੍ਹਾਂ ਨੇ ਨਜਾਇਜ਼ ਕੀਤੇ ਛੱਡ ਦੇਣ, ਸਾਡੀ ਤਾਂ ਜਾਇਜ਼ ਹੈ। ਇਸ ਪਿੰਡ 'ਚ ਨਜਾਇਜ਼ ਨਹੀਂ ਹੈਗਾ ਨਾ, ਇਸ ਪਿੰਡ 'ਚ ਨਜਾਇਜ਼ ਨਹੀਂ ਹੈਗਾ, ਮੈਂ ਨਹੀਂ ਮੰਨਦਾ, ਕੋਈ ਨਜਾਇਜ਼ ਨਹੀਂ ਹੈਗਾ ਇਸ ਪਿੰਡ 'ਚ। ਪੁੱਛੋ ਜਿਨ੍ਹਾਂ ਨੇ ਨਜਾਇਜ਼ ਕੀਤੇ ਹੋਏ ਸੀ, ਜਿਹੜਾ ਜਿਹਦੇ ਉਹ ਕਹਿੰਦੇ ਜਿਸ ਤਨ ਲਾਗੇ ਤੋ ਤਨ ਜਾਣੇ, ਜਿਨ੍ਹਾਂ ਦੇ ਕੋਲੋਂ ਘਰਾਂ 'ਚੋਂ ਕਮਾਈਆਂ 'ਚੋਂ ਖੋੜ ਪਾ ਰਹੇ ਨੇ, ਡਕੈਤੀ ਲਈ ਹੈ। ਹੁਣ ਆ ਜਿਹੜੀ ਜ਼ਮੀਨ ਉਹਦੀ ਇਮਾਨ ਦੀ ਮਿਸਿਸ ਦੇ ਨਾਲ ਕਹਿੰਦੇ ਨੇ ਜ਼ਮੀਨ ਵੇਚ ਕੇ ਕੁਝ ਪਿੰਡੋਂ ਵੇਚੀ ਹੈ, ਇੱਥੋਂ ਵੇਚੀ ਹੈ, ਤਾਂ ਜ਼ਮੀਨ ਲਈ ਹੈ। ਜਿਨ੍ਹਾਂ ਨੇ ਵੇਚੀ ਆ ਉਹ ਕੋਲ ਖੜੇ ਨੇ, ਤਹਿਸੀਲਦਾਰ ਕੋਲ ਹੈ। ਤੁਹਾਨੂੰ ਮੈਂ ਦਊਂਗਾ ਰਜਿਸਟਰੀਆਂ, ਅਗਲੀ ਵਾਰ ਸਾਰੀਆਂ ਰਜਿਸਟਰੀਆਂ ਦਾ। ਬਹੁਤ ਸ਼ੁਕਰੀਆ ਜੀ। ਸੋ ਇਹ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਨਰਲ ਸੈਕਟਰੀ ਕੁਸ਼ਲਪਾਲ ਸਿੰਘ ਮਾਨ ਤੇ ਚੀਮਾ ਸਾਹਿਬ, ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਔਰ ਦਾਅਵਾ ਕੀਤਾ ਜਾ ਰਿਹਾ ਵੀ ਇਹ ਸਾਡੀ ਆਪਣੀ ਆ, ਔਰ ਜਦੋਂ ਇਲੈਕਸ਼ਨ ਆਉਂਦੀ ਹੈ ਤਾਂ ਇਹਨਾਂ ਜ਼ਮੀਨਾਂ ਦਾ ਵੇਰਵਾ ਵੀ ਪਾਇਆ ਜਾਂਦਾ ਤੇ ਅਗਲੀ ਵਾਰ ਜਿਹੜੀ ਹੁਣ ਪ੍ਰੈਸ ਕਾਨਫਰੰਸ ਹੋਏਗੀ ਜਾਂ ਜੋ ਵੀ ਹੋਏਗਾ ਤਾਂ ਉਹ ਕਾਗਜ਼ਾਂ ਦੇ ਨਾਲ ਹੋਏਗਾ ਤੇ ਪੰਜਾਬ ਸਰਕਾਰ ਦੇ ਉੱਤੇ ਕੇਸ ਕਰਨ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਤੇ ਇਹਦੇ ਵਿੱਚ ਹੁਣ ਵੇਖਣਾ ਹੋਊਗਾ ਵੀ ਇਸ ਤੋਂ ਬਾਅਦ ਪੰਜਾਬ ਸਰਕਾਰ ਦਾ ਰਵੱਈਆ ਇਸ ਬਾਰੇ ਕੀ ਰਹਿੰਦਾ ਹੈ। ਸਿਮਰਨ ਸਿੰਘ ਢਿੱਲੋਂ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ।